तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਨਾਮ ਧੰਨ ਵਾਹਿਗੁਰੂ ਜੀ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀਂ। ਜਿਸ ਪਹਿ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਨਤਾ ਸ਼ਾਹ। ਅਵਰ ਕਿਆ ਜਾਨ ਹੈ ਕੋਇ। ਬੇਸ਼ੁਮਾਰ ਅਥਾਹ ਆਗੰਤ ਅਤੋਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤੇਗ ਬਹਾਦਰ ਸਿਮਰਿਆ ਕਰਨੋ ਨਿਧ ਆਵੇ ਤਾਏ। ਸਭ ਥਾਈਂ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਆਗਮਨ ਗੁਰਪੁਰਬ ਸਤਿਗੁਰ ਮਹਾਰਾਜ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਦੇਸ਼ ਅਤੇ ਵਿਦੇਸ਼ ਦੇ ਅੰਦਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨੂੰ ਸਰਵਨ ਕਰ ਰਹੇ ਹੋ। ਗੁਰੂ ਕਿਰਪਾ ਕਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵਿੱਚ ਵਰਤਨ ਸਤਿਗੁਰ ਮਹਾਰਾਜ ਜੀ ਦੀ ਪਾਵਨ ਜੀਵਨ ਦੀ ਵਿਚਾਰ ਕਰ ਸਕੀਏ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਪੂਰਬ ਦੀ ਯਾਤਰਾ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਮਹਾਰਾਜ ਜੀ ਨੇ ਨਵਾਂ ਜਿਹੜਾ ਨਗਰ ਵਸਾਇਆ ਚੱਕ ਨਾਨਕੀ। ਸਤਿਗੁਰ ਮਹਾਰਾਜ ਜੀ ਨੇ ਇਸ ਦਾ ਪ੍ਰਬੰਧ ਗੁਰਮੁਖ ਪਿਆਰੇ ਭਾਈ ਭਾਗੂ ਜੀ, ਭਾਈ ਰਾਮੇ ਜੀ, ਭਾਈ ਸਾਧੂ ਮੁਲਤਾਨੀ ਜੀ, ਭਾਈ ਦੇਸ ਰਾਜ ਤੇ ਬਹਿਲੋਕੇ ਨੂੰ ਜਿਹੜਾ ਸਤਿਗੁਰ ਮਹਾਰਾਜ ਜੀ ਨੇ ਇਹ ਪ੍ਰਬੰਧ ਦੇਣਾ ਕੀਤਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਬਾਬਾ ਮੱਖਣ ਸ਼ਾਹ ਲੁਬਾਣੇ ਨੂੰ ਉਪਦੇਸ਼ ਦਿੱਤਾ। ਇਸ ਤੋਂ ਅੱਗੇ ਸਤਿਗੁਰ ਮਹਾਰਾਜ ਜੀ ਨੇ ਫਿਰ ਇਹ ਆਨੰਦਪੁਰ ਸਾਹਿਬ ਤੋਂ
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਵੇਂ ਸੁਲਤਾਨਪੁਰ ਲੋਧੀ ਤੋਂ ਯਾਤਰਾ ਆਰੰਭ ਕੀਤੀ, ਦੀਨ ਦੁਨੀ ਦਾ ਉਧਾਰ ਕੀਤਾ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਵਾਂਗ ਧੰਨ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਲੰਮੀਆਂ ਯਾਤਰਾਵਾਂ ਜਿਹੜੀਆਂ ਸੀ ਮਹਾਰਾਜ ਨੇ ਕਰਨੀਆਂ ਕੀਤੀਆਂ। ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਸਤਿਗੁਰਾਂ ਨੇ ਕੁਝ ਕਾਰਨ ਇਸ ਦੇ ਪਿੱਛੇ ਵਿਦਵਾਨ ਲਿਖਦੇ ਨੇ ਕਿ ਇੱਕ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਵਿੱਚ ਬਹੁਤ ਸਾਰੇ ਐਸੇ ਜਗਿਆਸੂ ਸਨ, ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਜਗ੍ਹਾ ਤੇ ਸਤਿਗੁਰੂ ਮਹਾਰਾਜ ਜੀ ਜਾਂਦੇ ਨੇ, ਉੱਥੇ ਮਹਾਰਾਜ ਜੀ ਨੇ ਨਾਮ ਦਾ ਕਿਨਕਾ, ਨਾਮ ਦਾ ਬੀਜ ਜਿਹੜਾ ਸੀ ਉਹ ਸੰਗਤ ਦੇ ਹਿਰਦਿਆਂ ਵਿੱਚ ਬੋਇਆ। ਉਹ ਨਾਮ ਦਾ ਬੀਜ ਜਿਹੜਾ ਸੀ ਉਹਨੂੰ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਮਿਲੀ। ਮਹਾਰਾਜ ਜੀ ਦੀ ਬਾਣੀ ਰੂਪੀ ਜਲ ਜਿਹੜਾ ਸੀ ਉਸ ਨਾਮ ਰੂਪੀ ਬੀਜ ਨੂੰ ਪਿਆ। ਮਨ ਦੇ ਵਿੱਚ ਸਿੱਖ ਸੰਗਤ ਦੇ ਇਹ ਲਾਲਸਾ ਸੀ ਕਿ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਸਕੀਏ। ਦੂਰ ਦਰਾਡੇ ਹੋਣ ਕਰਕੇ ਬਹੁਤੀ ਸੰਗਤ ਜਿਹੜੀ ਸੀ ਉਹ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਤੋਂ ਕਿਸੇ ਸਮੇਂ ਜਿਹੜੀ ਸੀ ਉਹ ਵਾਂਝੀ ਰਹਿਣਾ। ਪਰ ਮਨ ਦੇ ਵਿੱਚ ਕਈ ਸਿੱਖ ਐਸੇ ਸਨ ਜਿਹੜੇ ਇੱਛਾ ਲੈ ਕੇ ਬੈਠੇ ਸਨ ਕਿ ਮਹਾਰਾਜ ਆਪ ਆਓਗੇ ਤੇ ਆਪ ਜੀ ਨੂੰ ਵਸਤਰ ਭੇਟ ਕਰਾਂਗੇ। ਸਤਿਗੁਰੂ ਮਹਾਰਾਜ ਵਾਸਤੇ ਕੋਈ ਘੋੜਾ ਰੱਖ ਕਰਕੇ ਉਹ ਮਨ ਦੇ ਵਿੱਚ ਇਹ ਸ਼ਰਧਾ ਭਾਵਨਾ ਰੱਖਦਾ ਸੀ ਕਿ ਸਤਿਗੁਰੂ ਮਹਾਰਾਜ ਆਪ ਜੀ ਨੂੰ ਘੋੜਾ ਭੇਟ ਕਰਾਂਗਾ। ਕੋਈ ਨਵਾਂ ਘਰ ਬਣਾ ਕਰਕੇ ਤੇ ਇਹ ਅਰਦਾਸ ਮਨ ਦੇ ਵਿੱਚ ਕਰਕੇ ਬੈਠਾ ਸੀ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪ ਆਓਗੇ ਤੇ ਘਰ ਦੇ ਦਰਵਾਜ਼ੇ ਵੀ ਵੱਡੇ ਰੱਖ ਲਏ ਕਿ ਸਤਿਗੁਰੂ ਮਹਾਰਾਜ ਘੋੜੇ ਸਣੇ ਹੀ ਘਰ ਦੇ ਵਿੱਚ ਆ ਸਕਣ, ਘੋੜੇ ਤੋਂ ਉਤਰ ਕੇ ਨਾ ਆਉਣਾ ਪਵੇ। ਕਿਸੇ ਸਿੱਖ ਦੇ ਅੰਦਰ ਇਹ ਭਾਵਨਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਉਣਗੇ ਤੇ ਉਹਨਾਂ ਵਾਸਤੇ ਸੁੰਦਰ ਆਸਨ ਬਹੁਤ ਸੁੰਦਰ ਉੱਪਰ ਵਿਛਾਈ ਕਰਕੇ ਤੇ ਆਪ ਇਹ ਮਨ ਦੇ ਵਿੱਚ ਪ੍ਰਣ ਸ਼ਰਧਾ ਭਾਵ ਰੱਖ ਕੇ ਬੈਠਾ ਸੀ ਕਿ ਮਹਾਰਾਜ ਜਿੰਨੀ ਦੇਰ ਤੱਕ ਆਪ ਜੀ ਇਸ ਆਸਨ ਤੇ ਆ ਕੇ ਬਿਰਾਜਮਾਨ ਨਹੀਂ ਹੁੰਦੇ, ਉਨੀ ਦੇਰ ਤੱਕ ਮੈਂ ਵੀ ਮੰਜੇ ਦੇ ਉੱਪਰ ਨਹੀਂ ਸੌਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਹਨਾਂ ਜੀਵਾਂ ਦੀ ਜਗਿਆਸਾ, ਜਿਵੇਂ ਬਬੀਹੇ ਦੇ ਅੰਦਰ ਇਹ ਪਿਆਸ ਹੁੰਦੀ ਹੈ ਕਿ ਉਹ ਉਦੋਂ ਉਹਦੀ ਤ੍ਰਿਪਤੀ ਹੁੰਦੀ ਹੈ, ਉਦੋਂ ਉਹਦੀ ਪਿਆਸ ਖਤਮ ਹੁੰਦੀ ਜਿਸ ਦਿਨ ਉਹਨੂੰ ਸਵਾਂਤੀ ਬੂੰਦ ਮਿਲਦੀ ਹੈ। ਤੇ ਸਿੱਖ ਦੇ ਅੰਦਰ ਵੀ ਐਸੀ ਪਿਆਸ ਹੈ ਕਿ ਸਿੱਖ ਹਮੇਸ਼ਾ ਹੀ ਇਹ ਚਾਹੁੰਦਾ ਕਿ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ ਤੇ ਮੇਰਾ ਜੀਵਨ ਸਫਲਾ ਹੋ ਜਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਫਿਰ ਅਕਤੂਬਰ ਦੇ ਮਹੀਨੇ 1665 ਨੂੰ ਸਤਿਗੁਰੂ ਮਹਾਰਾਜ ਚੱਕ ਨਾਨਕੀ ਨਗਰ ਵਸਾਉਣ ਤੋਂ ਬਾਅਦ ਵਿੱਚ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਤੋਂ ਤੁਰਨਾ ਕੀਤਾ। ਅਕਤੂਬਰ ਦੇ ਮਹੀਨੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਤੁਰਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਘੋੜੇ ਦੇ ਉੱਪਰ ਸਵਾਰ ਨੇ। ਮਾਤਾ ਨਾਨਕੀ ਜੀ ਜਿਹੜੇ ਨੇ ਉਹਨਾਂ ਨੂੰ ਰੱਥ ਦੇ ਵਿੱਚ ਸਵਾਰ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਮਹਿਲ ਮਾਤਾ ਗੁਜਰੀ ਜੀ ਉਹ ਪਾਲਕੀ ਦੇ ਵਿੱਚ ਸੁਭਾਏਮਾਨ ਨੇ। ਇਹ ਪਹਿਲਾ ਪ੍ਰਚਾਰਕ ਦੌਰਾ ਹੈ ਜਿਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪਰਿਵਾਰ ਵੀ ਨਾਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਨੇ ਭਾਈ ਸੰਗਤੀਆ, ਭਾਈ ਸੁੱਖਾਨੰਦ ਤੇ ਨੱਥੂ ਰਬਾਬੀ, ਮਹਾਰਾਜ ਜੀ ਨੇ ਇਹਨਾਂ ਨੂੰ ਹੁਕਮ ਕੀਤਾ ਕਿ ਜਿੱਥੇ ਸਤਿਗੁਰੂ ਮਹਾਰਾਜ ਨੇ ਪੜਾਅ ਕਰਨਾ ਇਹਨਾਂ ਨੇ ਜਾ ਕਰਕੇ ਪਹਿਲਾਂ ਹੀ ਕਨਾਤਾਂ ਸਾਹਿਬਾਨ ਦਾ ਪ੍ਰਬੰਧ ਕਰਨਾ ਕਿ ਮਹਾਰਾਜ ਨੇ ਇੱਥੇ ਆ ਕੇ ਪੜਾਅ ਕਰਨਾ ਹੈ। ਤੇ ਇਹ ਸਿੱਖ ਅਗਾਊਂ ਜਾ ਕੇ ਪ੍ਰਬੰਧ ਕਰਦੇ ਸੀ। ਭਾਈ ਸੰਗਤੀਆ ਜੀ ਨੇ ਕਰਨਾ, ਭਾਈ ਸੁੱਖਾਨੰਦ ਨੇ ਕਰਨਾ ਤੇ ਭਾਈ ਨੱਥੂ ਰਬਾਬੀ ਨੇ ਕਰਨਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਇਹ ਜਿਹੜਾ ਕਾਫਲਾ ਤੁਰਨਾ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਮਹਿਲ, ਮਾਤਾ ਜੀ ਤੇ ਬਹੁਤ ਸਾਰੇ ਹੋਰ ਵੀ ਸਿੱਖ ਨਾਲ ਹੋਣੇ, ਇਸ ਕਾਫਲੇ ਦੀ ਜਿਹੜੀ ਦੇਖ ਰੇਖ ਕਰਨੀ, ਇਹਨਾਂ ਦੀ ਹਿਫਾਜ਼ਤ ਕਰਨੀ, ਉਹ ਜਿਹੜਾ ਪ੍ਰਬੰਧ ਸੀ ਉਹ ਮਾਮਾ ਕਿਰਪਾਲ ਚੰਦ, ਭਾਈ ਸਾਹਿਬ ਚੰਦ, ਗੁਰਬਖਸ਼ ਜੀ, ਮਤੀ ਦਾਸ, ਭਾਈ ਸਾਧੂ ਜੀ ਤੇ ਭਾਈ ਦਿਆਲਾ ਜੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਕਿ ਭਾਈ ਦਿਆਲਾ, ਭਾਈ ਮਤੀ ਦਾਸ, ਭਾਈ ਸਾਧੂ ਜੀ, ਭਾਈ ਮਾਮਾ ਕਿਰਪਾਲ ਚੰਦ ਜੀ, ਮਾਮਾ ਕਿਰਪਾਲ ਚੰਦ ਜੀ ਦੇ ਨਾਲ ਭਾਈ ਸਾਹਿਬ ਚੰਦ ਜੀ,
ਉਹਨਾਂ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਕਿ ਆਪ ਜੀ ਨੇ ਜਿਹੜਾ ਹੈ ਇਹ ਪ੍ਰਬੰਧ ਕਰਨਾ ਹੈ। ਸਤਿਗੁਰੂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵਾਲੇ ਪਾਸੇ ਦੀ ਹੁੰਦਿਆਂ ਮਹਾਰਾਜ ਪਾਤਸ਼ਾਹ ਜੀ ਇੱਕ ਨਗਰ ਹੈ ਕੋਟਲੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਟਲੀ ਨਗਰ ਪਹੁੰਚਦੇ ਨੇ ਤੇ ਕੋਟਲੀ ਨਗਰ ਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਨਵਾਬ ਆਇਆ। ਨਵਾਬ ਕੋਟਲੀ ਦਾ ਜਿਹੜਾ ਨਵਾਬ ਸੀ ਉਹ ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਆਪਣੇ ਘਰ ਆਪਣੇ ਮਹਿਲਾਂ ਦੇ ਵਿੱਚ ਲੈ ਕੇ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹਦੇ ਘਰ ਦੇ ਵਿੱਚ ਸੰਤਾਨ ਕੋਈ ਨਹੀਂ ਸੀ ਤੇ ਮਹਾਰਾਜ ਜੀ ਦੀ ਕਿਰਪਾ ਹੋਈ ਕਿ ਸਤਿਗੁਰੂ ਜੀ ਦੇ ਬਚਨਾਂ ਕਰਕੇ ਘਰ ਦੇ ਵਿੱਚ ਪੁੱਤਰ ਪ੍ਰਾਪਤੀ ਹੋਈ ਤੇ ਇਹਨੇ ਗੁਰੂ ਘਰ ਦੇ ਵਿੱਚ ਸ਼ਰਧਾ ਇੰਨੀ ਰੱਖੀ ਨਵਾਬ ਕੋਟਲੀ ਨੇ ਕਿ ਸਤਿਗੁਰੂ ਮਹਾਰਾਜ ਜਦੋਂ ਇਹਦੇ ਘਰ ਦੇ ਵਿੱਚ ਜਾਂਦੇ ਨੇ ਤੇ 100 ਵਿਗਾ ਜ਼ਮੀਨ ਜਿਹੜੀ ਹੈ ਇਹ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕਰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਥੇ ਇੱਕ ਰਾਤ ਰੁਕਦੇ ਨੇ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਕੁਰਾਲੀ ਤੋਂ ਘੜੂਆਂ ਬਾਗ 'ਚ ਜਾ ਕੇ ਟਿਕਾਣਾ ਕਰਦੇ ਨੇ। ਮਹਾਰਾਜ ਜੀ ਨੇ ਇੱਥੇ ਘੜੂਆਂ ਬਾਗ ਦੇ ਵਿੱਚ ਜਾ ਕਰਕੇ ਜਿਸ ਛੱਪੜੀ ਦੇ ਵਿੱਚੋਂ ਇੱਕ ਪਾਣੀ ਦੀ ਛੱਪੜੀ ਹੈ ਤੇ ਉੱਥੇ ਸਤਿਗੁਰੂ ਮਹਾਰਾਜ ਇਸ਼ਨਾਨ ਕਰਦੇ ਆ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਆਉਂਦਾ ਹੈ ਜਿੰਦਾ ਨਾਂ ਹੈ ਭਾਈ ਬਲਰਾਮ ਜੀ। ਇਹ ਤਰਖਾਨ ਜਾਤੀ ਦੇ ਨਾਲ ਸੰਬੰਧ ਰੱਖਦੇ ਸੀ, ਕੰਮ ਸੀ ਇਹਨਾਂ ਦਾ ਲੱਕੜ ਦਾ ਕੰਮ ਕਰਨਾ। ਭਾਈ ਬਲਰਾਮ ਜੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਪਾਤਸ਼ਾਹ ਜੀ ਸਾਨੂੰ ਤਪੇਦਿਕ ਦਾ ਰੋਗ ਜਿਹੜਾ ਹੈ ਉਹਨੇ ਬਹੁਤ ਤੰਗ ਕੀਤਾ ਹੈ। ਸਤਿਗੁਰੂ ਮਹਾਰਾਜ ਆਪ ਕਿਰਪਾ ਕਰੋ ਇਹ ਰੋਗ ਤੋਂ ਸਾਡੀ ਨਿਵਰਤੀ ਹੋ ਸਕੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ, ਕਿਹਾ ਕਿ ਇੱਥੇ ਬੈਠ ਕਰਕੇ ਸਭ ਤੋਂ ਪਹਿਲਾਂ ਇੱਕ ਸੁਖਮਨੀ ਸਾਹਿਬ ਦਾ ਪਾਠ ਕਰੋ। ਪਾਠ ਕਰਨ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਫਿਰ ਜਿਸ ਛੱਪੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸੀ ਉਸ ਛੱਪੜੀ ਦੇ ਵਿੱਚ ਭਾਈ ਬਲਰਾਮ ਜੀ ਦਾ ਜਿਹੜਾ ਸੀ ਉਹ ਇਸ਼ਨਾਨ ਕਰਾਇਆ ਤੇ ਉਹਦੇ ਰੋਗ ਦੀ ਨਿਵਰਤੀ ਸਤਿਗੁਰੂ ਮਹਾਰਾਜ ਜੀ ਨੇ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਫਿਰ ਇੱਥੋਂ ਘੜੂਆਂ ਤੋਂ ਅੱਗੇ ਆਨੰਦਪੁਰ ਜਾਂਦੇ ਨੇ ਤੇ ਇੱਥੇ ਬੀਬੀ ਦੇ ਬਾੜੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਜਾ ਕੇ ਟਿਕਾਣਾ ਕੀਤਾ। ਇੱਥੋਂ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇਲਾਕਾ ਜਿਹੜਾ ਹੈ ਨਾ ਉਹ ਨੀਵਾਂ ਬਹੁਤ ਹੈ, ਹੜ੍ਹ ਦੀ ਮਾੜ ਬਹੁਤ ਪੈਂਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪ ਕਿਰਪਾ ਕਰੋ ਕਿ ਇਲਾਕਾ ਜਦੋਂ ਪਾਣੀ ਬਰਸਾਤ ਜ਼ਿਆਦੀ ਹੋਵੇ ਤੇ ਇਹ ਇਲਾਕਾ ਹੜ੍ਹ ਦੇ ਵਿੱਚ ਡੁੱਬਦਾ ਹੈ, ਕਿਰਪਾ ਕਰਕੇ ਸਾਡਾ ਕੁਝ ਹੱਲ ਕਰੋ, ਸਾਡੇ ਵਾਸਤੇ ਸਤਿਗੁਰੂ ਮਹਾਰਾਜ ਕੋਈ ਹੀਲਾ ਵਸੀਲਾ ਕਰੋ। ਸਤਿਗੁਰੂ ਮਹਾਰਾਜ ਫਿਰ ਕੁਝ ਦਿਨ ਉੱਥੇ ਰੁਕੇ। ਮਹਾਰਾਜ ਜੀ ਨੇ ਹੜ੍ਹ ਦੀ ਰੋਕ ਵਾਸਤੇ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਭਰਤ ਪਵਾਉਣਾ ਕੀਤੀ, ਬੰਨ ਬਣਾਉਣਾ ਕੀਤੇ। ਸਤਿਗੁਰੂ ਮਹਾਰਾਜ ਜੀ ਨੇ ਇਹ ਪਿੰਡ ਜਿਹੜਾ ਬਹੁਤ ਨੀਵਾਂ ਸੀ, ਸਤਿਗੁਰੂ ਮਹਾਰਾਜ ਜੀ ਨੇ ਭਰਤ ਪਵਾ ਕਰਕੇ ਇਸ ਪਿੰਡ ਦੀ ਕੁਰਸੀ ਜਿਹੜੀ ਸੀ ਮਹਾਰਾਜ ਨੇ ਉੱਚੀ ਕਰਾਈ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਰੈਲੋ ਬਹੇੜੂ ਤੋਂ ਮਕਾਰਪੁਰ ਜਾਂਦੇ ਨੇ। ਮਕਾਰਪੁਰ ਦੇ ਵਿੱਚ ਇੱਕ ਮਾਈ ਹੈ ਜਿਸ ਦਾ ਨਾਂ ਸੀ ਮਾਈ ਮਾੜੀ। ਮਾਈ ਮਾੜੀ ਨੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮੈਂ ਆਪ ਜੀ ਦੀ ਤੇ ਸੰਗਤ ਦੀ ਲੰਗਰ ਪ੍ਰਸ਼ਾਦ ਦੀ ਸੇਵਾ ਕਰਨੀ ਚਾਹੁੰਦੀ ਹਾਂ। ਸਤਿਗੁਰੂ ਮਹਾਰਾਜ ਜੀ ਦੀ ਇਸ ਮਾਈ ਨੇ ਬੜੀ ਪ੍ਰੇਮ ਤੇ ਭਾਵਨਾ ਦੇ ਨਾਲ ਲੰਗਰ ਦੀ ਸੇਵਾ ਕੀਤੀ। ਸਤਿਗੁਰੂ ਮਹਾਰਾਜ ਇੱਥੇ ਫਿਰ 7 ਦਿਨ ਰਹੇ ਨੇ। ਸਤਿਗੁਰੂ ਮਹਾਰਾਜ ਇੱਥੇ ਸੇਵਾ ਤੋਂ ਬਾਅਦ ਵਿੱਚ ਮਹਾਰਾਜ ਜੀ ਨੂੰ ਇਹਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਘਰ ਦੇ ਵਿੱਚ ਪੁੱਤਰ ਨਹੀਂ, ਆਪ ਕਿਰਪਾ ਕਰੋ, ਸਤਿਗੁਰੂ ਮਹਾਰਾਜ ਦਾਤ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਕਿ ਇੱਕ ਤਾਂ ਆਪ ਜੀ ਨੇ ਸੇਵਾ ਕਰਨੀ ਹੈ, ਲੰਗਰ ਦੀ ਸੇਵਾ ਜ਼ਰੂਰ ਕਰਨੀ, ਇੱਕ ਕਿਸੇ ਨੂੰ ਮਾੜਾ ਬਚਨ ਕਦੀ ਨਹੀਂ ਬੋਲਣਾ, ਆਪ ਜੀ ਨੇ ਹਮੇਸ਼ਾ ਨਾਮ ਜਪਣਾ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨਗੇ, ਆਪ ਜੀ ਨੂੰ ਦਾਤ ਜ਼ਰੂਰ ਪ੍ਰਾਪਤ ਹੋਵੇਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਵੀ ਇਸ ਨਗਰ ਮਕਾਰਪੁਰ ਦੇ ਵਿੱਚ ਆਏ ਸੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਵੀ 7 ਦਿਨ ਇੱਥੇ ਰੁਕੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਵਿੱਚ ਗੁਰੂ ਤੇਗ ਬਹਾਦਰ ਇਸ ਨਗਰ ਵਿੱਚ ਆਏ ਤੇ ਇਸ ਨਗਰ ਦੇ ਵਿੱਚ ਆ ਕਰਕੇ 7 ਦਿਨ ਮਹਾਰਾਜ ਜੀ ਨੇ ਇੱਥੇ ਟਿਕਾਣਾ ਕੀਤਾ। ਇੱਥੋਂ ਦੇ ਹੀ ਭਾਈ ਰੂਪ ਚੰਦ ਸਨ, ਉਹ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਇੰਨਾ ਕੁ ਉਹਨਾਂ ਦਾ ਮਨ ਜਿਹੜਾ ਸੀ ਉਹ ਪਸੀਜਿਆ
ਕਿ ਉਹਨਾਂ ਨੇ 700 ਬਿਘੇ ਜਿਹੜੀ ਸੀ ਜ਼ਮੀਨ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕੀਤੀ। ਮਕਾਰਪੁਰ ਤੋਂ ਸਤਿਗੁਰੂ ਮਹਾਰਾਜ ਭਗੜਾਨ ਜਾਂਦੇ ਨੇ। ਭਗੜਾਨ ਦੇ ਵਿੱਚ ਇੱਕ ਭਾਈ ਅਮਰੂ ਨੇ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸੇ। ਭਾਈ ਅਮਰੂ ਦਿਆਲਾ ਜੁਲਾਹਾ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਪ੍ਰੇਮ ਦੇ ਵਿੱਚ ਭਾਈ ਦਿਆਲਾ ਜੁਲਾਹਾ ਜਿਹੜਾ ਹੈ ਇੰਨਾ ਕੁ ਭਿੱਜ ਗਿਆ ਕਿ ਆਪਣੇ ਦੋ ਪੁੱਤਰ ਭਾਈ ਮਦਨ ਸਿੰਘ ਤੇ ਭਾਈ ਨਾਰਾਵ ਸਿੰਘ ਇਹ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕਰ ਦਿੱਤੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਫਿਰ ਭਗੜਾਨ ਤੋਂ 9 ਲੱਖਾ ਜਾਂਦੇ ਨੇ। 9 ਲੱਖਾ ਦੇ ਅੰਦਰ ਇੱਕ ਸਿੱਖ ਹੈ ਜਿੰਦਾ ਨਾਂ ਹੈ ਲੱਖੀ। ਇਹ ਬੰਜਾਰਾ ਬਰਾਦਰੀ ਦੇ ਨਾਲ ਸੰਬੰਧ ਰੱਖਦਾ ਹੈ ਤੇ ਇਹਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ 9 ਮਨਸੂਰੀ ਟਕੇ ਭੇਟ ਕੀਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੰਨਾ ਕਿ ਇਹਦੀ ਸੇਵਾ ਭਾਵਨਾ ਤੋਂ ਖੁਸ਼ ਹੋਏ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਆਖਦੇ ਕਿ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਜਾਨ ਦੇਤ ਹੈ, ਕਿ ਜਿਹੜਾ ਭਾਵਨਾ ਦੇ ਨਾਲ ਗੁਰੂ ਦੇ ਅੱਗੇ ਇੱਕ ਟਕਾ ਵੀ ਭਾਵਨਾ ਦੇ ਨਾਲ ਰੱਖਦਾ ਹੈ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਉਹਨੂੰ ਵੀ ਖਜ਼ਾਨਿਆਂ ਦੀ ਬਖਸ਼ਿਸ਼ ਕਰ ਦਿੰਦੇ ਨੇ। ਭਾਈ ਲੱਖੀ ਨੇ ਸਤਿਗੁਰੂ ਮਹਾਰਾਜ ਨੂੰ 9 ਮਨਸੂਰੀ ਟਕੇ ਜਿਹੜੇ ਸੀ ਉਹ ਭੇਟ ਕੀਤੇ ਤੇ ਸਤਿਗੁਰੂ ਮਹਾਰਾਜ ਜੀ ਨੇ ਫਰਮਾਇਆ, ਕਹਿਣ ਲੱਗੇ ਕਿ ਲੱਖੀ ਇਹ ਤੇਰੇ 9 ਟਕੇ ਨਹੀਂ, ਇਹ ਤੇਰੀਆਂ 9 ਲੱਖ ਮੋਹਰਾਂ ਦੇ ਬਰਾਬਰ ਹਨ, ਕਿਉਂਕਿ ਤੇਰੀ ਭਾਵਨਾ ਚੰਗੀ ਹੈ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਆਗਰੇ ਸਤਿਗੁਰੂ ਮਹਾਰਾਜ ਜਾਂਦੇ ਨੇ ਤੇ ਇੱਕ ਸਿੱਖ ਸੀ ਜਿਹਨੇ ਘਾਹ ਦੀ ਪੰਡ ਤੇ ਇੱਕ ਟਕਾ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ। ਉਹਨੂੰ ਪਤਾ ਨਹੀਂ ਸੀ ਕਿ ਅਸਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਸ਼ਮਿਆਨਾ ਉਹ ਕਿਹੜਾ ਹੈ ਤੇ ਜਿਹੜਾ ਬਾਦਸ਼ਾਹ ਹੈ ਜਹਾਂਗੀਰ ਉਹਦਾ ਸ਼ਮਿਆਨਾ ਕਿਹੜਾ। ਇਹ ਭੁਲੇਖੇ ਦੇ ਨਾਲ ਜਿਹੜਾ ਸੀ ਜਹਾਂਗੀਰ ਦੇ ਦਰਮਿਆਨ ਸ਼ਮਿਆਨੇ ਦੇ ਅੰਦਰ ਚਲੇ ਗਿਆ। ਇਹਨੇ ਘਾਹ ਦੀ ਪੰਡ ਸਿੱਖ ਨੇ ਰੱਖੀ, ਇੱਕ ਟਕਾ ਰੱਖ ਕਰਕੇ ਇਹਨੇ ਕਿਹਾ ਸੀ, ਮਹਾਰਾਜ ਆਪ ਕਿਰਪਾ ਕਰੋ, ਮੇਰਾ ਜਨਮ ਮਰਨ ਮੇਟ ਦਿਓ, ਮੈਨੂੰ ਜਨਮ ਮਰਨ ਤੋਂ ਬਹੁਤ ਡਰ ਲੱਗਦਾ ਹੈ। ਜਹਾਂਗੀਰ ਨੇ ਆਖਿਆ ਸੀ ਕਿ ਮੈਂ ਤੇ ਆਪ ਅਜੇ ਜਨਮ ਤੇ ਮਰਨ ਦੇ ਗੇੜ ਦੇ ਵਿੱਚ ਹਾਂ ਤੇ ਜਿੰਦੇ ਅੱਗੇ ਤੂੰ ਅਰਦਾਸ ਕਰਨੀ ਹੈ ਉਹ ਮੈਂ ਨਹੀਂ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੇ ਉਹਨਾਂ ਦਾ ਸ਼ਮਿਆਨਾ ਦੂਸਰੇ ਪਾਸੇ ਹੈ। ਸਿੱਖ ਨੇ ਜਹਾਂਗੀਰ ਬਾਦਸ਼ਾਹ ਦੇ ਅੱਗੋਂ ਉਹ ਟਕਾ ਚੁੱਕਿਆ। ਬਾਦਸ਼ਾਹ ਨੇ ਅੱਗੋਂ ਇਹ ਕਹਿ ਦਿੱਤਾ ਸੀ ਕਿ ਦੇਖ ਇਹ ਬਾਦਸ਼ਾਹ ਦੀ ਤੋਹੀਨ ਹੁੰਦੀ ਹੈ, ਬਾਦਸ਼ਾਹ ਦੇ ਅੱਗੇ ਨਜ਼ਰਾਨੇ ਭੇਟ ਕਰਕੇ ਚੁੱਕੀ ਦੇ ਨਹੀਂ, ਜੇ ਤੂੰ ਕਵੇਂ ਤਾਂ ਮੈਂ ਤੈਨੂੰ ਸੋਨੇ ਦੀਆਂ ਮੋਹਰਾਂ ਦੇ ਦੇਣਾ ਹੈ। ਉਹ ਸਿੱਖ ਦੀ ਭਾਵਨਾ ਦੇਖੋ। ਸਿੱਖ ਨੇ ਆਖਿਆ ਸੀ, ਕਹਿਣ ਲੱਗਾ ਬਾਦਸ਼ਾਹ ਕਿ ਇਹ ਦੱਸੋ ਕਿ ਤੁਹਾਡੇ ਮੁਗਲਾਂ ਦੇ ਰਾਜ ਦੇ ਵਿੱਚ ਲੋਧੀਆਂ ਦੇ ਸਿੱਕੇ ਕੀ ਚੱਲ ਸਕਦੇ ਨੇ, ਕਿਉਂਕਿ ਸਿਕੰਦਰ ਲੋਧੀ ਦਾ ਰਾਜ ਇੱਥੇ ਰਿਹਾ, ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਪਠਾਨਾਂ ਦਾ ਰਾਜ ਰਿਹਾ, ਮੁਗਲਾਂ ਦਾ ਰਾਜ। ਉਹਨੇ ਸਿੱਖ ਨੇ ਇਹ ਕਿਹਾ ਕਿ ਇਹ ਦੱਸੋ ਕਿ ਤੁਹਾਡੇ ਰਾਜ ਵਿੱਚ ਮੁਗਲਾਂ ਦੇ ਰਾਜ ਦੇ ਵਿੱਚ ਕਿਸੇ ਹੋਰ ਰਾਜੇ ਦੇ ਜਾਂ ਕਿਸੇ ਹੋਰ ਲੋਧੀਆਂ ਦੇ ਰਾਜ ਦੇ ਸਿੱਕੇ ਚੱਲ ਸਕਦੇ ਨੇ। ਉਹਨੇ ਕਿਹਾ ਨਹੀਂ, ਬਿਲਕੁਲ ਨਹੀਂ ਚੱਲਣਗੇ, ਕਿਉਂਕਿ ਸਾਡੀ ਆਪਣੀ ਕਰੰਸੀ, ਸਾਡਾ ਹੁਕਮ ਚੱਲਦਾ ਹੈ। ਫਿਰ ਉਸ ਸਿੱਖ ਨੇ ਵੀ ਉੱਥੇ ਕਹਿ ਦਿੱਤਾ, ਕਹਿਣ ਲੱਗਾ ਬਿਲਕੁਲ ਗੁਰੂ ਦੇ ਦਰਬਾਰ ਦੇ ਵਿੱਚ ਵੀ ਪ੍ਰੇਮ ਦੇ ਟਕੇ ਚੱਲਦੇ ਨੇ, ਉੱਥੇ ਸੋਨੇ ਦੀਆਂ ਮੋਹਰਾਂ ਨਹੀਂ ਚੱਲਦੀਆਂ। ਸਿੱਖ ਨੇ ਉਹ ਘਾਹ ਦੀ ਪੰਡ ਚੁੱਕੀ, ਉਹ ਟਕਾ ਲੈ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਗਿਆ ਤੇ ਪਿੱਛੇ ਪਿੱਛੇ ਜਹਾਂਗੀਰ ਤੁਰਿਆ। ਅੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮਹਾਰਾਜ ਅੱਗੋਂ ਆਏ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਸਿੱਖਾ ਆ ਘਾਹ ਦੀ ਪੰਡ ਮੈਨੂੰ ਚੁਕਾ ਦੇ। ਕਹਿਣ ਲੱਗਾ ਨਹੀਂ, ਅੱਗੇ ਮੈਂ ਭੁਲੇਖੇ ਦੇ ਵਿੱਚ ਕਿਸੇ ਦੂਸਰੇ ਦੇ ਦਰਬਾਰ ਦੇ ਅੱਗੇ ਰੱਖ ਬੈਠਾ ਸੀ, ਹੁਣ ਨਹੀਂ ਮੈਂ ਚੁਕਾਉਣੀ, ਹੁਣ ਤੇ ਗੁਰੂ ਦੇ ਅੱਗੇ ਜਾ ਕੇ ਭੇਟਾ ਕਰਾਂਗਾ। ਪਿੱਛੇ ਜਹਾਂਗੀਰ ਆਵਾਜ਼ ਦੇ ਕੇ ਆਖਦਾ ਹੈ ਕਿ ਜਿੰਦੇ ਚਰਨਾਂ 'ਚ ਤੂੰ ਭੇਟਾ ਕਰਨੀ ਉਹ ਭੇਟਾ ਲੈਣ ਵਾਸਤੇ ਅੱਗੇ ਆ ਖਲੋਤਾ ਏ। ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਟਕਾ ਰੱਖ ਕੇ ਨਮਸਕਾਰ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕੁੱਟ ਕੇ ਸੀਨੇ ਦੇ ਨਾਲ ਲਾਉਂਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਕਿ ਲੱਖੀ ਇਹ ਤੇਰੇ 9 ਟਕੇ ਨਹੀਂ, ਇਹ 9 ਲੱਖ ਮੋਹਰਾਂ ਦੇ ਬਰਾਬਰ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਹਨੂੰ ਕਿਰਪਾ ਕੀਤੀ ਕਿ ਭਾਵਨਾ ਦੇ ਨਾਲ ਜੇਕਰ ਕੋਈ ਕੌਡੀ ਗੁਰੂ ਦੇ ਅੱਗੇ ਰੱਖੇ ਤੇ ਗੁਰੂ ਕੌਡੀਆਂ ਵੀ ਪ੍ਰਵਾਨ ਕਰ ਲੈਂਦਾ ਹੈ।
ਪਰ ਜੇ ਨੀਤ ਮਾੜੀ ਹੋਵੇ, ਕਿਰਤ ਚੰਗੀ ਨਾ ਹੋਵੇ, ਬੇਈਮਾਨੀ ਦਾ ਧਨ ਲਿਆ ਕਰਕੇ ਗੁਰੂ ਦੇ ਅੱਗੇ ਰੱਖੇ ਤੇ ਸਤਿਗੁਰੂ ਮਹਾਰਾਜ ਉਹਨੂੰ ਦੇਖਦਾ ਵੀ ਨਹੀਂ। ਹਾਂ, ਇਹ ਹੋ ਸਕਦਾ ਹੈ ਕਿ ਪ੍ਰਬੰਧਕ ਧਨ ਨੂੰ ਵੇਖ ਕੇ ਤਾਂ ਖੁਸ਼ ਹੋ ਜਾਣ, ਪਰ ਗੁਰੂ ਐਸੇ ਧਨ ਵਾਲੇ ਪਾਸੇ ਤੱਕਦਾ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਇੱਥੋਂ ਲੱਖੀ ਤੋਂ ਸਤਿਗੁਰੂ ਮਹਾਰਾਜ 9 ਲੱਖੇ, ਕਿਉਂਕਿ ਮਹਾਰਾਜ ਨੂੰ 9 ਟਕੇ ਭੇਟ ਕੀਤੇ ਤੇ ਮਹਾਰਾਜ ਨੇ ਕਿਹਾ 9 ਲੱਖ ਮੋਹਰਾਂ ਦੇ ਬਰਾਬਰ ਨੇ। ਫਿਰ ਇਸ ਨਗਰ ਦਾ ਨਾਂ ਹੀ 9 ਲੱਖਾ ਪੈ ਗਿਆ ਉਸ ਦਿਨ ਤੋਂ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪਿੰਡ ਹੈ ਆਕੜ, ਉੱਥੇ ਜਾਂਦੇ ਨੇ। ਉੱਥੇ ਵੀ ਇੱਕ ਸਿੱਖ, ਉਹਨੇ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ, ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸੇ ਤੇ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਇੱਕ ਦਰਖਤ ਦੀ ਟਾਹਣੀ ਤੋੜ ਕੇ ਤੇ ਮਹਾਰਾਜ ਨੇ ਉਹਦੀ ਦਾਤਨ ਕੀਤੀ। ਅੱਜ ਵੀ ਉੱਥੇ ਜਾਓ ਪਿੰਡ ਆਕੜ ਦੇ ਵਿੱਚ, ਉਸ ਦਰਖਤ ਦੀਆਂ ਜਿਹੜੀਆਂ ਬਾਕੀ ਦੀਆਂ ਟਾਹਣੀਆਂ ਨੇ ਉਹਨਾਂ ਦਾ ਸਵਾਦ ਚੱਕ ਕੇ ਦੇਖੋ ਤੇ ਕੌੜਾ ਹੈ, ਪਰ ਜਿਸ ਅਸਥਾਨ ਤੋਂ ਸਤਿਗੁਰੂ ਮਹਾਰਾਜ ਜੀ ਨੇ ਟਾਹਣੀ ਤੋੜੀ, ਉਸ ਟਾਹਣੀ ਦੀਆਂ ਬਾਕੀ ਉਹਦੀਆਂ ਟਾਹਣੀਆਂ ਜਿਹੜੀਆਂ ਨੇ, ਜਿੱਥੋਂ ਸਤਿਗੁਰੂ ਮਹਾਰਾਜ ਟਾਹਣੀ ਤੋੜੀ, ਦਾਤਨ ਤੋੜੀ, ਉਹ ਟਾਹਣੀ ਜਿਹੜੀ ਹੈ ਉਹਦਾ ਸਵਾਦ ਮਿੱਠਾ ਹੈ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਆਕੜ ਤੋਂ ਹੁੰਦਿਆਂ ਟਹਿਲਪੁਰਾ ਜਾਂਦੇ ਨੇ। ਟਹਿਲਪੁਰੇ ਸਤਿਗੁਰੂ ਮਹਾਰਾਜ ਗਏ। ਇੱਥੇ ਇੱਕ ਪਿੱਪਲ ਦੇ ਹੇਠ ਜਾ ਕੇ ਸਤਿਗੁਰੂ ਮਹਾਰਾਜ ਜੀ ਨੇ ਟਿਕਾਣਾ ਕੀਤਾ। ਇਸ ਪਿੱਪਲ ਜਿੱਥੇ ਸਤਿਗੁਰੂ ਮਹਾਰਾਜ ਟਿਕਾਣਾ ਕਰਦੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਥਾਂ ਤੇ, ਜਿਸ ਪਿੱਪਲ ਦੇ ਥੱਲੇ ਬੈਠੇ, ਇਸ ਪਿੱਪਲ ਦੇ ਫਲ ਜਿਹੜੇ ਨੇ, ਉਹਦੀਆਂ ਗੋਲਾਂ ਜਿਹੜੀਆਂ ਲੱਗਦੀਆਂ ਨੇ ਇਵੇਂ ਜਿਵੇਂ ਪਤਾਸੇ ਹੋਵਣ, ਤੇ ਉਹਨਾਂ ਦਾ ਸਵਾਦ ਵੀ ਬਿਲਕੁਲ ਮਿੱਠਾ ਹੈ। ਪ੍ਰਸ਼ਾਦ ਦੇ ਵਿੱਚ ਸੰਗਤ ਨੂੰ ਉੱਥੇ ਟਹਿਲਪੁਰਾ ਦੇ ਵਿੱਚ ਉਹ ਵਰਤਾਇਆ ਵੀ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਵੀ ਜਦੋਂ ਗਏ ਸੀ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਛੋਹ ਦੇ ਨਾਲ ਜਿਹੜੇ ਸੀ ਉਹ ਰੀਠੇ ਮਿੱਠੇ ਹੋ ਚੁੱਕੇ ਸੀ। ਇਹ ਸਾਧ ਸੰਗਤ ਜੀ, ਇਹ ਗੁਰੂ ਕੀ ਬਖਸ਼ਿਸ਼ ਹੈ। ਜਦੋਂ ਗੁਰੂ ਦੀ ਬਖਸ਼ਿਸ਼ ਜਿਹਨੂੰ ਮਿਲ ਜਾਂਦੀ ਹੈ, ਉਹਦੇ ਜੀਵਨ ਦੇ ਵਿੱਚੋਂ ਕੁੜੱਤਣ ਖਤਮ ਹੋ ਜਾਂਦੀ। ਇਹ ਦਰਖਤ ਜਿਹੜੇ ਨੇ, ਇਹ ਵੀ ਬਨਸਪਤੀ ਜਿਹੜੀ ਹੈ, ਇਹ ਵੀ ਸਤਿਗੁਰੂ ਮਹਾਰਾਜ ਜੀ ਦਾ ਪ੍ਰਭਾਵ ਕਬੂਲਦੀ ਹੈ। ਤੇ ਜਿਹੜੇ ਇਨਸਾਨ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹੇ, ਜਿਨ੍ਹਾਂ ਨੇ ਦਰਸ਼ਨ ਪਰਸਿਆ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੇਵਾ ਕੀਤੀ, ਉਹਨਾਂ ਦਾ ਜੀਵਨ ਵੀ ਜਿਹੜਾ ਸੀ ਉਹ ਮਿਠਾਸ ਦੇ ਨਾਲ ਭਰ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦਾ ਆਪਣਾ ਜੀਵਨ ਮਿਠਾਸ ਦੇ ਨਾਲ ਭਰਿਆ ਹੈ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੋਈ ਵੀ ਆਉਂਦਾ ਹੈ ਤੇ ਮਹਾਰਾਜ ਪਾਤਸ਼ਾਹ ਜੀ ਉਹਦੇ ਜੀਵਨ ਨੂੰ ਜਿਹੜਾ ਹੈ ਉਹ ਮਿਠਾਸ ਦੇ ਨਾਲ ਭਰ ਦਿੰਦੇ ਨੇ, ਨਾਮ ਦੇ ਨਾਲ ਭਰਦੇ ਨੇ। ਉਹਦਾ ਜੀਵਨ ਦੇ ਵਿੱਚ ਨਾਮ ਦੀ ਰੌਂ ਚੱਲਦੀ ਹੈ ਤੇ ਨਾਮ ਜਿਹੜਾ ਹੈ ਉਹ ਮਿੱਠਾ ਹੈ। ਤੇ ਸਤਿਗੁਰੂ ਮਹਾਰਾਜ ਜਦੋਂ ਪਰਮਾਤਮਾ ਦੀ ਗੱਲ ਕਰਦੇ ਨੇ ਤੇ ਉਦੋਂ ਵੀ ਮਹਾਰਾਜ ਇਹੀ ਆਖਦੇ ਨੇ ਕਿ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ ਹੋ, ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਸਤਿਗੁਰੂ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਟਹਿਲਪੁਰਾ, ਇੱਥੇ ਪਿੱਪਲ ਦੇ ਦਰਖਤ ਜਿੱਥੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਚਰਨ ਪਾਏ, ਟਿਕਾਣਾ ਕੀਤਾ, ਮਹਾਰਾਜ ਉਸ ਪਿੱਪਲ ਦੇ ਥੱਲੇ ਬੈਠੇ ਤੇ ਉਸ ਪਿੱਪਲ ਦੇ ਫਲ ਜਿਹੜੇ ਨੇ ਅੱਜ ਵੀ ਮਿੱਠੇ ਉਹਨੂੰ ਲੱਗਦੇ ਨੇ। ਇਹ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਗੁਰੂ ਕੀ ਬਖਸ਼ਿਸ਼ ਨੂੰ ਹੋਰ ਵੀ ਨਾਲ ਆਪਾਂ ਮਾਨਾਂਗੇ। ਗੁਰੂ ਕਿਰਪਾ ਕਰੇ, ਗੁਰੂ ਸਾਡੇ ਜੀਵਨ ਦੇ ਵਿੱਚ ਮਿਠਾਸ ਭਰ ਦੇਵੇ, ਅਸੀਂ ਗੁਰੂ ਦੇ ਸ਼ਬਦ ਦੇ ਉੱਤੇ ਚੱਲ ਸਕੀਏ। ਅਰਦਾਸ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਜ਼ਰੂਰ ਕਰੋ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ, ਤਿੱਤੇ ਲਹੇ ਉਬਾਰ। ਅਗਲੇ ਦੀਵਾਨਾਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ 'ਚ ਆਪਾਂ ਹੋਰ ਖੁਸ਼ੀ ਮਾਨਾਂਗੇ, ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸਾਂਗੇ। ਗੁਰੂ ਕਿਰਪਾ ਕਰੇ ਜੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ